ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਾਂ ਨਵਨੀਤ ਫਤਿਹਗੜ੍ਹ ਹੋਮ ਤੇ ਤੁਹਾਡਾ ਸਵਾਗਤ ਆ। ਸੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪ੍ਰੀਵੀਅਸ ਈਅਰ ਕੁਐਸਚਨਸ 2016 ਤੋਂ ਲੈ ਕੇ 2023 ਤੱਕ ਦੇ ਆਪਾਂ ਕਰ ਰਹੇ ਹਾਂ। ਪੋਲਿਟੀ ਦੇ ਸਾਰੇ ਕੁਐਸਚਨਸ ਆਪਾਂ ਡਿਸਕਸ ਕਰ ਲਏ ਆ, ਠੀਕ ਹੈ। ਔਰ ਆਪਾਂ ਸਟਾਰਟ ਕੀਤਾ ਸੀ ਐਂਸ਼ੀਐਂਟ ਹਿਸਟਰੀ। ਐਂਸ਼ੀਐਂਟ ਹਿਸਟਰੀ ਦੇ ਵਿੱਚ ਅਸੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਟੋਟਲ 52 ਕੁਐਸਚਨਸ ਨੇ 2016 ਤੋਂ ਲੈ ਕੇ 23 ਤੱਕ ਜਿੰਨੇ ਵੀ ਪੇਪਰ ਹੋਏ ਨੇ ਉਹਨਾਂ ਦੇ ਵਿੱਚ ਪੁੱਛੇ ਗਏ। और आप 28 क्वेश्चन ਉਹਦੇ ਚੋਂ ਕਰ ਲਏ ਆ। ਔਰ ਆਪਾਂ ਜਿਹੜਾ ਲਾਸਟ ਕੁਐਸਚਨ ਪੇਪਰ ਡਿਸਕਸ ਕਰ ਰਹੇ ਸੀਗੇ ਉਹ ਸੀਗਾ ਪੰਜਾਬ ਸਿਵਲ ਸਰਵਿਸਿਜ਼ 2020 ਜਿਹਦੇ ਵਿੱਚ 28 ਕੁਐਸਚਨ 27 ਸੰਗਮ ਲਿਟਰੇਚਰ ਨਾਲ ਰਿਲੇਟਡ ਸੀਗਾ। 28 ਕੁਐਸਚਨ ਜਿਹੜਾ ਸੀਗਾ ਉਹ ਕੁਝ ਚੀਜ਼ਾਂ ਜਿਹੜੀਆਂ ਮੋਹਨਜੋਦਾਰੋ ਦੇ ਵਿੱਚ ਪਾਈਆਂ ਗਈਆਂ ਉਹਨਾਂ ਰਿਲੇਟਡ ਸੀਗਾ। ਹੁਣ ਅੱਜ ਅਸੀਂ ਸਟਾਰਟ ਕਰਾਂਗੇ 29th ਕੁਐਸਚਨ ਤੋਂ। 29th ਕੁਐਸਚਨ ਵੀ ਜਿਹੜਾ ਆ ਪੰਜਾਬ ਸਿਵਲ ਸਰਵਿਸਿਜ਼ 2020 ਦੇ ਵਿੱਚ ਪੁੱਛਿਆ ਗਿਆ ਆ। ਜਿਹੜੇ ਵੀ ਸਟੂਡੈਂਟਸ ਗਰੁੱਪ B ਦੀ ਜਾਂ ਗਰੁੱਪ A ਦੀ ਤਿਆਰੀ ਕਰ ਰਹੇ ਆ ਉਹਨਾਂ ਲਈ ਤੇ ਵੀਡੀਓਜ਼ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ, ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ 29th ਕੁਐਸਚਨ ਤੋਂ, ਯਾਨੀ ਕਿ ਅੱਜ ਦੇ ਫਰਸਟ ਕੁਐਸਚਨ ਤੋਂ। ਸੋ 29th ਕੁਐਸਚਨ ਜਿਹੜਾ ਹੈ ਚੋਲਾ ਐਮਪਾਇਰ ਨਾਲ ਰਿਲੇਟਡ ਹੈ। ਜਨਰਲੀ ਜਦੋਂ ਪੰਜਾਬ ਦੇ ਸਟੂਡੈਂਟਸ ਪ੍ਰਿਪੇਅਰ ਕਰਦੇ ਨੇ ਪੇਪਰ ਤਾਂ ਇਦਾਂ ਦੇ ਜਿਹੜੇ ਟੌਪਿਕਸ ਹੁੰਦੇ ਨੇ, ਮੈਂ ਹਮੇਸ਼ਾ ਹੀ ਕਹਿੰਦੀ ਹਾਂ ਜਦੋਂ ਵੀ ਕੋਈ ਪੇਪਰ ਇਦਾਂ ਦਾ ਨਿਕਲਦਾ ਹੈ ਕਿ ਬ੍ਰਾਹਮਣੀ ਕਿੰਗਡਮ, ਵਿਜੇਨਗਰ ਐਮਪਾਇਰ, ਚੋਲਾ ਐਮਪਾਇਰ, ਠੀਕ ਹੈ, ਇਹ ਸਾਰੇ ਉਹੋ ਜਿਹੇ ਟੌਪਿਕਸ ਨੇ ਜਿਨ੍ਹਾਂ ਨੂੰ ਕਾਫੀ ਸਟੂਡੈਂਟਸ ਅਵੋਇਡ ਕਰ ਦਿੰਦੇ ਨੇ। ਬਟ ਇਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਪਾਉਂਦੇ ਨੇ। ਇੱਕ ਤਾਂ ਜਿਵੇਂ ਵਿਜੇਨਗਰ ਐਮਪਾਇਰ ਦੀ ਗੱਲ ਕਰ ਲਓ ਤੇ ਉਹਦੇ ਵਿੱਚ ਫੋਰਨਰਸ ਬਹੁਤ ਜ਼ਿਆਦਾ ਵਿਜ਼ਿਟ ਕੀਤੇ ਆ। ਮੋਰਓਵਰ ਕ੍ਰਿਸ਼ਨ ਦੇਵ ਰਾਇਆ ਦਾ ਬਹੁਤ ਜ਼ਿਆਦਾ ਉਹਦੇ ਵਿੱਚ ਇੱਕ ਇੰਪੋਰਟੈਂਟ ਸਿਗਨੀਫੀਕੈਂਟ ਰੋਲ ਹੈ, ਠੀਕ ਹੈ, ਜਿਹਦੇ ਕਰਕੇ ਉਹਦੇ ਚੋਂ ਕੁਐਸਚਨ ਪੁੱਛੇ ਜਾਂਦੇ। ਸਿਮਿਲਰਲੀ ਚੋਲਾ ਐਮਪਾਇਰ ਦਾ ਜਿਹੜਾ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹ ਬਹੁਤ ਜ਼ਬਰਦਸਤ ਸੀਗਾ, ਜਿਹਦੇ ਕਰਕੇ ਇਹਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਆ, ਠੀਕ ਹੈ। ਸੋ 29th ਕੁਐਸਚਨ ਜਿਹੜਾ ਹੈ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ ਐਡਮਿਨਿਸਟ੍ਰੇਸ਼ਨ ਅੰਡਰ ਚੋਲਾ ਐਮਪਾਇਰ। ਸੋ ਉਰ ਐਂਡ ਸਭਾ ਵਰ ਵਿਲੇਜ ਅਸੈਂਬਲੀਜ਼ ਮੈਂਸ਼ਨਡ ਅੰਡਰ ਚੋਲਾ ਇਨਸਕ੍ਰਿਪਸ਼ਨਸ। ਸੋ ਬੇਸਿਕਲੀ ਤਿੰਨ ਤਰ੍ਹਾਂ ਦੀਆਂ ਅਸੈਂਬਲੀਜ਼ ਹੈਗੀਆਂ ਸੀਗੀਆਂ, ਲੋਕਲ ਅਸੈਂਬਲੀਜ਼, ਜਿਹਦੇ ਵਿੱਚੋਂ ਦੋ ਉਰ ਤੇ ਸਭਾ ਨੇ। ਇਹਨਾਂ ਬਾਰੇ ਹੁਣੇ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਸੋ ਇਹ ਕੁਐਸਚਨ ਜਿਹੜੀ ਸਟੇਟਮੈਂਟ ਹੈ ਬਿਲਕੁਲ ਸਹੀ ਹੈ। ਸੈਕਿੰਡ ਹੈ ਦ ਵਿਲੇਜ ਅਫੇਅਰਸ ਵਰ ਮੈਨੇਜਡ ਬਾਈ ਐਗਜ਼ੀਕਿਊਟਿਵ ਕਮੇਟੀਜ਼ ਵਿਚ ਵਰ ਓਪਨ ਫॉर ਆਲ। ਸੋ ਇਹ ਗਲਤ ਹੈ, ਥੀਸ ਵਰ ਨਾਟ ਓਪਨ ਫॉर ਆਲ। ਇਹਦੇ ਵਿੱਚ ਜਿਹੜੀ ਮੈਂਬਰਸ ਦੀ ਸਿਲੈਕਸ਼ਨ ਹੁੰਦੀ ਸੀ ਉਹ ਬੇਸਿਕਲੀ ਇਲੈਕਸ਼ਨ ਬੇਸਿਸ ਦੇ ਉੱਤੇ ਹੁੰਦੀ ਸੀਗੀ। ਨੈਕਸਟ ਹੈ ਦ ਦ੍ਰਾਵਿੜ ਸਟਾਈਲ ਬ੍ਰਿਹਦੇਸ਼ਵਰ ਟੈਂਪਲ ਐਟ ਤੰਜੌਰ ਵਾਸ ਬਿਲਡ ਬਾਈ ਰਜਿੰਦਰ I। ਸੋ ਇਹ ਵੀ ਗਲਤ ਹੈ, ਦ੍ਰਾਵਿੜ ਸਟਾਈਲ ਦੇ ਵਿੱਚ ਹੀ ਬਣਿਆ ਹੋਇਆ ਆ ਬ੍ਰਿਹਦੇਸ਼ਵਰ ਟੈਂਪਲ ਤੰਜੌਰ ਦਾ, ਲੇਕਿਨ ਇਟ ਵਾਸ ਬਿਲਡ ਬਾਈ ਰਾਜਾ I of Chola Empire, ठीक है। So this statement also stands false. So second ਤੇ third statements ਦੋਵੇਂ ਹੀ ਗਲਤ ਹੈ। So the right answer is option A. So ਥੋੜੀ ਜਿਹੀ explanation ਪੜ੍ਹ ਲੈਂਦੇ ਆ ਤਾਂ ਕਿ ਕੱਲ ਨੂੰ ਇਹਦੇ ਚੋਂ ਕੋਈ ਵੀ question ਆ ਜੇ ਤੇ ਅਸੀਂ ਜਿਹੜਾ ਆ solve ਕਰ ਸਕੀਏ। So the greatest achievement of Chola dynasty is in administration was growth and development of local self-government institutions. Assembly for villages and towns were divided into ਵੇਰੀਅਸ ਲੈਵਲਸ। ਜਿਵੇਂ ਕਿ ਲੋਕਲ ਅਸੈਂਬਲੀਜ਼ ਜਾਂ ਵਿਲੇਜ ਲੈਵਲਸ ਤੇ ਜਿਹੜੀਆਂ ਅਸੈਂਬਲੀਜ਼ ਡਿਵਾਈਡਡ ਹੁੰਦੀਆਂ ਸੀਗੀਆਂ ਉਹ ਤਿੰਨ ਹਿੱਸਿਆਂ ਦੇ ਵਿੱਚ ਸੀਗੀਆਂ, ਜਿਹਦੇ ਵਿੱਚ ਇੱਕ ਨਾਗਰਾਮ, ਦੂਸਰਾ ਔਰ ਤੀਸਰਾ ਸਭਾ। ਸੋ ਇਨ ਕੰਟੈਕਸਟ ਆਫ ਨਾਗਰਾਮ ਦੇ ਵਿੱਚ ਬੇਸਿਕਲੀ ਲੋਕਲ ਬਾਡੀਜ਼ ਦੇ ਵਿੱਚ ਕੀ ਹੈ, ਟ੍ਰੇਡਰਸ ਹੁੰਦੇ ਸੀ ਜਿਨ੍ਹਾਂ ਦਾ ਮੇਨ ਕੰਮ ਹੁੰਦਾ ਸੀਗਾ ਮਾਰਕੀਟਿੰਗ, ਠੀਕ ਹੈ। ਦੇ ਵਰ ਰਿਸਪੌਂਸਿਬਲ ਟੂ ਕਲੈਕਟ ਟੈਕਸਿਸ ਔਨ ਸ਼ਾਪਸ, ਕਮਰਸ਼ੀਅਲ ਐਂਡ ਅਦਰ ਸੈਕਟਰਸ ਔਨ ਦਾ ਮਾਰਕੀਟ। ਸਭਾ ਦੀ ਗੱਲ ਕਰੀਏ ਤੇ ਇਹਦੇ ਵਿੱਚ ਬੇਸਿਕਲੀ ਬ੍ਰਾਹਮਣਸ ਆਉਂਦੇ ਸੀ ਜਿਨ੍ਹਾਂ ਨੂੰ ਆਪਾਂ ਪ੍ਰੀਸਟ ਕਹਿੰਦੇ ਸੀਗੇ, ਠੀਕ ਹੈ। ਸੋ ਦਿਸ ਅਸੈਂਬਲੀ ਗਵਰਨਡ ਦਾ ਬ੍ਰਹਮਦਿਆ ਵਿਲੇਜ। ਉਹ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੇ ਵਿਲੇजेस ਆਣਗੇ। ਇੱਕ ਤੇ ਗੱਲ ਹੋਏਗੀ ਬ੍ਰਹਮਦਿਆ ਵਿਲੇजेस ਦੀ ਜਿਹੜੀ ਕਿ ਸਭਾ ਦੇ ਵਿੱਚ ਗੱਲ ਹੋਏਗੀ, ਦੂਸਰੇ ਹੋਣਗੇ ਨਾਨ ਬ੍ਰਹਮਦਿਆ ਵਿਲੇजेस, ਠੀਕ ਹੈ। ਸੋ ਲੈਂਡ ਜਿਹੜੀ ਸੀ ਬੇਸਿਕਲੀ ਇਟ ਵਾਸ ਡਿਵਾਈਡਡ ਇਨਟੂ ਬ੍ਰਹਮਦਿਆ ਐਂਡ ਨਾਨ ਬ੍ਰਹਮਦਿਆ ਵਿਲੇजेस। ਮਤਲਬ ਕਿ ਇੱਕ ਲੈਂਡ ਜਿਹੜੀ ਹੈ it was donated to Brahmins for educational and religious purposes, ठीक है। सो उस लैंड ਨੂੰ ਜਿਹੜੀ ਕਿ ਬ੍ਰਾਹਮਣਸ ਜਾਂ ਪ੍ਰੀਸਟ ਯੂਜ਼ ਕਰਦੇ ਸੀਗੇ ਐਜੂਕੇਸ਼ਨਲ ਤੇ ਰਿਲੀਜੀਅਸ ਪਰਪਸਿਸ ਲਈ, ਉਹਨੂੰ ਬ੍ਰਹਮਦਿਆ ਬੋਲਦੇ ਸੀਗੇ। ਔਰ ਦੂਸਰੀ ਜਿਹੜੀ ਲੈਂਡ ਰਹਿ ਜਾਂਦੀ ਸੀ ਅਦਰ ਦੈਨ ਦੈਟ ਲੈਂਡ, ਉਹਨੂੰ ਨਾਨ ਬ੍ਰਹਮਦਿਆ ਲੈਂਡ ਕਹਿੰਦੇ ਸੀ। ਇਸ ਤੋਂ ਇਲਾਵਾ ਇੱਕ ਹੋਰ ਅਗਰ ਤੁਹਾਨੂੰ ਇਨ ਕੇਸ ਫਿਊਚਰ ਚ ਆ ਜੇ ਤੇ ਅਗਰਹਰਾ ਵੀ ਇੱਕ ਤਰ੍ਹਾਂ ਦੀ ਲੈਂਡ ਹੁੰਦੀ ਸੀਗੀ। ਇਹ ਉਹ ਲੈਂਡ ਹੁੰਦੀ ਸੀ ਜਿਹੜੀ ਬ੍ਰਾਹਮਣਸ ਨੂੰ ਡੋਨੇਟ ਕੀਤੀ ਜਾਂਦੀ ਸੀ ਫॉर देयर पर्सनल यूज, ठीक है। ग्रहर मतलब घर गृहस्थी ਲਈ, ठीक है। सो फॉर देयर पर्सनल यूज ਜਿਹੜੀ ਲੈਂਡ ਬ੍ਰਾਹਮਣਸ ਨੂੰ ਡੋਨੇਟ ਕੀਤੀ ਜਾਂਦੀ ਸੀ that was called agrahara. Otherwise the land which was donated to Brahmins for educational and religious use ਉਹਨੂੰ ਕਹਿੰਦੇ ਸੀ
ਬ੍ਰਹਮਦਿਆ ਤੇ ਬਾਕੀ ਜਿਹੜੀ ਰਹਿ ਗਈ ਉਹ ਨਾਨ ਬ੍ਰਹਮਦਿਆ। ਹੁਣ ਜਿਹੜੀ ਸਭਾ ਸੀਗੀ ਇਟ ਕੰਪਰਾਈਜ਼ਡ ਬ੍ਰਾਹਮਣਸ ਐਂਡ ਥੀਸ ਗਵਰਨਡ ਬ੍ਰਹਮਦਿਆ ਵਿਲੇजेस, ਜਦਕਿ ਉਰ ਜਿਹੜਾ ਸੀਗਾ ਇਟ ਗਵਰਨਡ ਨਾਨ ਬ੍ਰਹਮਦਿਆ ਵਿਲੇजेस। ਬਸ ਇਹਨਾਂ ਦੇ ਵਿੱਚ ਬੇਸਿਕਲੀ ਇਹੀ ਡਿਫਰੈਂਸ ਹੈ। ਸਾਊਥ ਦੇ ਵਿੱਚ ਉੱਤਰ ਮਲੂਟ ਇਨਸਕ੍ਰਿਪਸ਼ਨਸ ਜਿਹੜਾ ਆ ਇਹਨਾਂ ਅਸੈਂਬਲੀਜ਼ ਦੇ ਕੰਮ ਦੇ ਬਾਰੇ ਦੱਸਦਾ ਆ। ਸੋ ਦ ਮੈਂਬਰਸ ਵਰ ਚੂਜ਼ਨ ਬੇਸਡ ਔਨ ਇਲੈਕਸ਼ਨਸ, ਸੋ ਦਿਸ ਵਾਸ ਨਾਟ ਓਪਨ ਟੂ all. They performed the work like temple maintenance, collection of taxes, irrigation, agriculture, construction of roads and others. Urde context de vich it was the assembly of farmers known as vilalas in non-Brahmadiya villages. Obviously it was land of farmers, so it was not donated to Brahmins. So it has its own rules and regulations of tax collection. Padikapar is known for its area policies. Each assembly in Chola administration period performed its job anonymously. ठीक है, Ur was provided with its own set of rules, मतलब हर एक दे अपने ਜਿਹੜੇ ਆ local level ਤੇ rules and regulations ਹੁੰਦੇ ਸੀਗੇ। ਹੁਣ last statement ਜਿਹੜੀ ਸੀ it was about Brideshwar temple at Tanjore, so it was made in Dravid style, ठीक है, लेकिन it was built by Rajaraja I of the Chola Empire, ठीक है जी। So this statement was incorrect. Next question है with reference to उदयगिरी खंडगिरी caves. सो गिरी का मतलब की होंगे माउंटेन्स, ठीक है। सो उदयगिरी खंडगिरी caves which of the following statement are correct, ठीक है। सो करेक्ट पूछा है। सो these are examples of rock cut cave tradition, सो बिल्कुल सही है। नेक्स्ट है these caves have inscriptions of खारवेला king, सो ये भी ठीक है। These caves are primarily meant for Buddhist monks, so ये statement ਜਿਹੜੀ ਹੈ गलत है because it was primarily meant for Jain monks, right? So statement 1 and 2 are correct. The right answer is option C. ਹੁਣ ਇਹਦੇ ਬਾਰੇ ਥੋੜਾ ਜਿਹਾ ਪੜ੍ਹ ਲੈਂਦੇ ਆ। Udayagiri and Khandagiri caves are ancient rock cut caves that were erected around 2nd century BC by King Kharvela of Odisha, ठीक है। ਅੱਜ ਦੇ ਡੇਟ ਦੇ ਵਿੱਚ ਇੱਥੇ ਉੜੀਸਾ ਆ। King Kharvela of Meghavan dynasty near modern day Bhubaneswar. They are both man-made ਵੀ ਨੇ ਤੇ natural caves ਵੀ ਨੇ। They were most likely carved out for Jain monks to live in. उदयगिरी ਦੇ टोटल 18 caves ने, खंडागिरी ਦੇ ਵਿੱਚ टोटल ਜਿਹੜੀਆਂ ਨੇ 15 caves ਨੇ, ठीक है। And they were formerly known as, ਪਹਿਲਾਂ ਇਹਨਾਂ ਨੂੰ ਕੱਟਾ caves ਵੀ ਬੋਲਿਆ ਜਾਂਦਾ ਸੀਗਾ। The caves are located on two nearby hills, Udayagiri and Khandagiri, which are referred to in Hathi Gumpha inscription as Kumari Parvat, ठीक है। सो ये हाथी गुफा इंस्क्रिप्शनस ਦੇ ਵਿੱਚ ਵੀ ਇਹਨਾਂ ਦੇ ਬਾਰੇ ਲਿਖਿਆ ਹੋਇਆ ਆ ਉਦयगिरी ਤੇ ਖੰਡਾਗਿਰੀ ਕੇਵਸ ਦੇ ਵਿੱਚ, ਬਟ ਮੋਸਟਲੀ ਇਹਦੇ ਵਿੱਚ ਖੰਡਾਗਿਰੀ ਕੇਵਸ ਦੇ ਬਾਰੇ ਜਿਹੜਾ ਤੁਹਾਨੂੰ ਜਾਣਕਾਰੀ ਮਿਲੇਗੀ, ਠੀਕ ਹੈ। ਉਹਦੇ ਵਿੱਚ ਇਹਨਾਂ ਨੂੰ ਕੁਮਾਰੀ ਪਰਬਤ ਦੇ ਨਾਮ ਨਾਲ ਜਾਣਿਆ ਗਿਆ। ਨੈਕਸਟ ਜਿਹੜਾ ਪੇਪਰ ਹੈ ਉਹ 2022 ਦਾ ਜਿਹੜਾ ਕੋਆਪਰੇਟਿਵ ਸੁਸਾਇਟੀਜ਼ ਇੰਸਪੈਕਟਰ ਦਾ ਪੇਪਰ ਹੋਇਆ ਆ, ਉਹਦੇ ਵਿੱਚ ਜੋ ਰਿਲੇਟਡ ਕੁਐਸਚਨਸ ਆਏ ਨੇ ਏਸ਼ੀਅਨ ਹਿਸਟਰੀ ਦੇ। So first ਹੈਗਾ ਆ name the celebrated Chinese pilgrim who visited the royal palace of Chandragupta II, यानी कि चंद्रगुप्त विक्रमादित्य, ठीक है। सो ਇਹਨਾਂ ਦਾ ਜਿਹੜਾ ਪੈਲੇਸ ਵਿਜ਼ਿਟ ਕੀਤਾ ਸੀਗਾ, ਸੋ ਉਹ ਕਿੰਨੇ ਕੀਤਾ ਸੀ ਫਾਹੀਮ ਨੇ। ਸੋ ਇਹ ਕੁਐਸਚਨ ਬਹੁਤ ਆਉਂਦਾ ਇੱਕ ਇਹਦੇ ਬਾਰੇ ਤੇ ਹਿਊਨ ਸੈਂਗ ਬਾਰੇ। ਹਿਊਨ ਸੈਂਗ ਦੇ ਇੱਥੇ ਯਾਦ ਰੱਖ ਲਓ ਕਿ ਹਰਸ਼ਵਰਧਨ ਦੇ ਟਾਈਮ ਤੇ ਆਇਆ ਸੀਗਾ। ਇਹਦਾ ਸੌਖਾ ਤਰੀਕਾ ਕੀ ਹੈ ਕਿ H ਤੋਂ ਹਰਸ਼ਵਰਧਨ, H ਤੋਂ ਹਿਊਨ ਸੈਂਗ, ठीक है। सो ये याद रख लो कि ह्यून सैंग हर्षवर्धन के टाइम पे आया सीगा, दूसरा रह गया फाहिम के टाइम पे आया चंद्रगुप्त विक्रमादित्य के टाइम पे, ठीक है जी। ਉਹਦੇ ਕੋਡ ਸੋ नेक्स्ट है in which of the following hills of Odisha is Hathi Gumpha inscription of Kharvela present, ਹੁਣੇ ਆਪਾਂ ਪੜਿਆ ਆ। सो the answer is Khandagiri caves, ठीक है। नेक्स्ट है on which river of Punjab was the ancient Greek settlement Bokephala situated? सो ये बेसिकली जोड़ा है झेलम रिवर साइड पे है, ठीक है। सो बोकेफाला ते निकैया दो सिटीज सीगियां जड़ियां अलेक्जेंडर ने जो विजिट किया सी, जो पोरस नाल ओदी लड़ाई हुई सीगी झेलम दे कंढे, जिन्हों हाइसफेस बैटल ऑफ हाइसफेस बोलते हैं, ठीक है। सो उदों इन्हें जड़ा सीगा दोवें झेलम रिवर के आसे पासे जड़ियां दो सिटीज क्रिएट कीतियां सी, बोकेफाला एंड निकैया, ठीक है। सो इन केस आ भी आ जाए तो ये भी याद रख लो, राइट। नेक्स्ट है एनालिस्ट के एग्जाम में जो एशियन हिस्ट्री के क्वेश्चन आए हैं, which one of these animals was not represented on the seals and terracotta art of Harappan culture? सो ਇਹਦੇ ਵਿੱਚ ਬਾਕੀ ਕਿੰਨੇ ਹੈਗੇ ਨੇ, ਕਾਉ ਨਹੀਂ ਹੈ। ਸੋ ਬੇਸਿਕਲੀ ਜਿਹੜੀਆਂ ਹੜੱਪਨ ਸੀਲਸ ਜਾਂ ਟੈਰਾਕੋਟਾ ਨੇ ਇਹਦੇ ਵਿੱਚ ਟੋਟਲ 8 ਐਨੀਮਲ ਸਾਨੂੰ ਮਿਲ ਜਾਂਦੇ ਨੇ, ਜਿਹਦੇ ਵਿੱਚੋਂ 4 ਜਿਹੜੇ ਨੇ ਵਾਈਲਡ ਨੇ ਤੇ 4 ਜਿਹੜੇ ਨੇ ਡੋਮੈਸਟੀਕੇਟਡ ਨੇ। ਉਹਨਾਂ ਬਾਰੇ ਥੋੜਾ ਜਿਹਾ ਪੜ੍ਹ ਲੈਂਦੇ ਆ। So Harappan seal tablets depict a number of animals
but 8 are most common. 4 of these are wild animals of grasslands: rhinos, elephant, buffalo and tiger, and other 4 ਜਿਹੜੇ domesticates ਨੇ goat, zebu, shorthorn bullock and unicorn bull, ਜਿਹੜੇ ਕਿ ਬਹੁਤ ਹੀ common ਹੈ। नेक्स्ट है द फेमस ड्रामा मुद्रा रक्षा। सो इट वॉज रिटन बाय विशाख दत्त, बहुत ही ज़्यादा कॉमन एंड बहुत ही ज़्यादा हाईली रिपीटेड क्वेश्चन है, बाकी भी जो एग्जाम्स आते हैं उन्होंने भी आता रहता है। नेक्स्ट है इलाहाबाद पिलर इंस्क्रिप्शन। सो इट वॉज कंपोज बाय हरी सेन, अगेन वेरी वेरी इंपॉर्टेंट एंड वेरी कॉमन क्वेश्चन। नैक्सट जो नैब तहसीलदार का पहला एग्जाम होया सी 2022 जो क्वेश्चन आए सी एंशियंट हिस्टरी के, सो वो बारे थोड़ा जहा पढ़ते हैं। सो ये जो साइट्स ने इंडस वैली सिविलाइजेशन की उन्होंने एक्सकेवेशन की क्रोनोलॉजी पूछी है, टाइम मतलब पूछा है कि सब तो पहला केड़ी एक्सकेवेट हुई, बाद में केड़ी खोजी गई, बाद में केड़ी खोजी गई। सो ਇਹਦਾ ਜਿਹੜਾ आंसर आएगा दैट इज सब तो पहला हड़प्पा, ठीक है। दैन उस तो बाद सैकेंड नंबर पे मोहनजोदारो, थर्ड नंबर पे चुनिंद्रो एंड फोर्थ नंबर पे गुजरात। सो द आंसर इज ये ਤੁਹਾਡਾ आएगा राइट आंसर इज आई थिंक हड़प्पा 3124, राइट। सो नंबर मैं देख रही हूँ और सो 3124 के हिसाब से साडा राइट आंसर की बनता है ए। सो लेट्स सी, सो द राइट आंसर इज ऑप्शन ए, ठीक है। सो ये कुछ साइट्स ने जिन्हों का तुम स्क्रीनशॉट भी लै सकते हो। सो 1921 के हड़प्पन साइट जी है एक्सकेवेट हुई है बाय दयाराम सानी, नेम्स भी इंपॉर्टेंट है किन्ने एक्सकेवेट की है। मोहनजोदारो 1922 बाय आर.डी. बैनर्जी, बाकी रिवर्स का भी नाम लिखे कितने कितने फाइंड हुई है। 1929 सुक्ता इंडोर, ठीक है, बाय स्टेन। दैन 1931 चुनिंद्रो बाय एन.जी. मजूमदार, 1935 अमरी बाय एन.जी. मजूमदार, 1953 कालीबंगा बाय अमलानंद घोष, 1953 लोथल बाय आर राव, 1964 सरकोटड़ा बाय जे.पी. जोशी, 1974 बानावाली बाय आर.एस. बिष्ट, 1985 ढोलागिरा बाय आर.एस. बिष्ट। नेक्स्ट है वर्धमान महावीरा एट द एज ऑफ 28 began his quest for truth and practiced for 12 years and at the end of austerities क्योंकि बहुत ही एक्सट्रीमिटीज जो आप फेस करते हैं अपनी लाइफ के विच, हार्शनेस फेल करते हैं। सो ਉਹਦਾ ਜਿਹੜਾ ਬਿਲਕੁਲ मोक्ष ਜਿਹੜਾ प्राप्त होना जैन्स ਦੇ ਵਿੱਚ ਉਹਨੂੰ ਕੀ ਕਹਿੰਦੇ ਨੇ, ਕੈਵਲਿਆ। सो द राइट आंसर इज ऑप्शन ए। नेक्स्ट है गुंडाया हैज रिटन अ वर्क नोन एज, सो ही हैज रिटन बृहद कथा। So the right answer is option B. Next है who was the founder of Nyay, the system of logic? So these are basically 6 school of philosophy, Indian philosophies, ठीक है। उन्हें बारे थोड़ा जिहा पढ़ते हैं। So it was founded by Gautam. So let's study. Hinduism consists of 6 system of philosophy and theology. सब तो पहली जिहड़ी है सांख्य was given by Kapila. So it is the oldest of orthodox philosophical systems and it postulates that everything in reality, एक कहते कि reality ਦੇ ਵਿੱਚ दो चीज़ों तो हर एक चीज़ उत्पन्न हुई है, एक पुरुष मतलब किसी जीव आत्मा जिन्हों आप कह दें एंड दूसरा की है प्रकृति। पुरुष जिहड़ा है चेंज हो जाता है एंड प्रकृति जिहड़ी है चेंजेस लियाउंदी है चीज़ों के विच, ठीक है। नैक्सट है योग पतंजलि। सो ये तुहानूं पता है इट कंट्रोल्स आवर बॉडी, माइंड एंड सेंस ऑर्गन्स। नैक्सट न्याय गौतम मुनि द्वारा जी पोस्टुलेट की गई है। सो ये बेसिकली लॉजिकल थिंकिंग नू, लॉजिकल रीजनिंग नू एक्सेप्ट करती है, ठीक है। नैक्सट है विशेषिक वाज गिवन बाय कर्नाड। सो बेसिक ਇਹਦਾ ਕੀ ਹੈਗਾ ਆ कि जिन्ने भी मीनस फिजिकल यूनिवर्स ਦੇ ਵਿੱਚ जिन्ने भी जो भी ऑब्जेक्ट्स हैं दोस ऑल आर रिड्यूस्ड टू एटम्स, ठीक है। एंड ब्राह्मण्स इज रिकॉर्डेड एज फंडामेंटल फोर्स दैट कॉज कॉन्शियसनेस इन दीज एटम्स। सो विशेषिक थिंकर्स बेसिकली बिलीव करते कि जिन्ने भी ऑब्जेक्ट्स ने यूनिवर्स के 5 तत्व के बने हुए ने, अर्थ, वाटर, एयर, फायर एंड ईथर, सॉरी नॉट ईथर, इट्स स्काई, ठीक है, आकाश। So they believe that God is guiding principle. The living beings were rewarded or punished according to the law of karma based on actions of merit and demerit. जो भी सानू मिलता है साडे कर्मा दा मिलता है। So विशेषिक ते न्याय eventually merged हो गए because of their closely related metaphysical theories. पूर्व मीमांसा अगली philosophy है, it was given by Gemini, ठीक है। So ये भी valid knowledge दे उत्ते जिहड़ा focus करदी है। वेदांत means end of Upanishads. So ये basically वेदों का अंत करके ते उपनिषद के उत्ते ज़्यादा है जिहड़ा एम्फेसाइज करती है, ठीक है। सो क्या कहते वेदांत स्कूल जिहड़ा अगों फिर अगों इहदे 6 सब स्कूल्स ने,
सब तो पहला अद्वैत, सो अद्वैत के उत्ते जिहड़ा जोर पाया गया इट वाज बाय आदि शंकराचार्य। इट स्टेट्स दैट बोथ द इंडिविजुअल आत्मा एंड ब्राह्मण आर सेम, कहते आत्मा एंड ब्राह्मण सेम है, नोइंग द डिफरेंसेस causing liberation. Then Vishisht Advait, it was given by Ramanuja. Then Dvait by Madhavacharya, Dvaitwad by Nimbarka, Shuddhvait by Vallabhacharya, Achint Bhed Abhed by Chaitanya Mahaprabhu. So ਇਹਨਾਂ ਦੀਆਂ ਆਪਣੀਆਂ ਫਿਲਾਸਫੀਜ਼ ਨੇ। ਸੋ ਇਹ ਬੇਸਿਕਲੀ ਵਿਦਾਂਤ ਦੇ ਅੱਗੋਂ ਸਬ ਕੈਲੋ ਡਿਵੀਜ਼ਨਸ ਨੇ 6। ਨੈਕਸਟ ਕੁਐਸਚਨ ਜਿਹੜਾ ਬਿਲਡਿੰਗ ਇੰਸਪੈਕਟਰ 2022 ਦੇ ਵਿੱਚ ਆਇਆ ਆ, ਸੋ ਇਹਦੇ ਵਿੱਚ ਪੁੱਛਿਆ ਗਿਆ ਵਿਚ ਆਫ ਦ ਫੋਲੋਇੰਗ ਇਜ਼ ਅ ਗੇਟਵੇ ਇਨ ਡਰਾਵੀਡੀਅਨ ਟੈਂਪਲ। ਸੋ ਡਰਾਵੀਡੀਅਨ ਸਟਾਈਲ ਆਫ ਟੈਂਪਲ ਜਿਹੜਾ ਹੁੰਦਾ ਆ, ਇਹਦੇ ਵਿੱਚ ਜਿਹੜਾ ਗੇਟਵੇ ਆ ਉਹਨੂੰ ਬੇਸਿਕਲੀ ਗੋਪੁਰਮ ਕਿਹਾ ਜਾਂਦਾ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਏ। ਸੋ ਇਸ ਥੋੜਾ ਜਿਹਾ ਤੁਸੀਂ ਦੇਖ ਲਓ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ, ਠੀਕ ਹੈ। ਇਹ ਜਿਹੜਾ ਗੇਟਵੇ ਹੈ ਇਹਨੂੰ ਕੀ ਐਂਟਰੈਂਸ ਜਿਹਨੂੰ ਆਪਾਂ ਬੋਲ ਦਿੰਦੇ ਆ, ਠੀਕ ਹੈ, ਅੱਗੇ ਗੁੰਬਦ ਜਿਹਾ ਬਣਿਆ ਹੁੰਦਾ ਛੋਟਾ ਜਿਹਾ, ਸੋ ਇਹਨੂੰ ਗੋਪੁਰਮ ਕਹਿੰਦੇ ਆ। ਸੋ ਵਿਮਾਨ ਹੁੰਦਾ ਆ ਜਿਹੜੀ ਤੁਸੀਂ ਦੇਖ ਰਹੇ ਹੋ ਬੇਸਿਕਲੀ ਇੰਨਾ ਹਿੱਸਾ ਜਿਹੜਾ ਆ, ਸੋ ਇਹ ਜਿਓਮੈਟ੍ਰੀਕਲੀ ਜਾਂਦਾ ਔਰ ਕੌਨਿਕਲ ਸ਼ੇਪ ਲੈ ਲੈਂਦਾ ਹੈ ਅੱਗੋਂ। ਸੋ ਸ਼ੇਪ ਆਫ ਮੇਨ ਟੈਂਪਲ ਟਾਵਰ, ਇਟ ਇਜ਼ ਸਟੈਪਡ ਪਿਰਾਮਿਡ that rises up geometrically। ਡਰਾਵਿਡ ਸਟਾਈਲ ਦੇ ਵਿੱਚ ਸ਼ਿਖਰ ਹੁੰਦਾ ਹੈ ਜਿਹੜਾ ਬਿਲਕੁਲ ਟੌਪ ਤੇ। It is the word used for crowning element at the top of temple which is shaped like a stupa or octagonal cupola। At the entrance to the garbhagriha ਹੁੰਦਾ ਜਿੱਥੇ ਬੇਸਿਕਲੀ ਮੂਰਤੀ ਪੂਜਾ ਹੁੰਦੀ ਹੈ। So there would be sculptures of fear dwarkas ਹੁੰਦੇ ਨੇ ਜਿਹੜੇ ਕਿ ਟੈਂਪਲ ਨੂੰ ਗਾਰਡ ਕਰਕੇ ਉਹਨਾਂ ਦੀ ਸੁਰੱਖਿਆ ਵਾਸਤੇ। Generally there is a temple tank within the compound। temple tank ਤਲਾਬ ਹੁੰਦਾ ਇੱਕ। Subsidiary shrines ਹੁੰਦੀਆਂ ਨੇ ਉਹਦੇ ਆਸੇ-ਪਾਸੇ ਛੋਟੀਆਂ ਛੋਟੀਆਂ, ਠੀਕ ਹੈ, ਮੇਨ ਟਾਵਰ ਦੇ। ਸੋ ਇਹ ਹੁੰਦਾ ਤੁਹਾਡਾ ਛੋਟਾ ਜਿਹਾ ਅਗਰ ਆਪਾਂ ਨੂੰ ਬਰੀਫ ਚ ਸਮਝਣਾ ਹੋਵੇ ਤੇ Dravidian style of temple architecture। Next है pagodas at Mahabalipuram has been constructed by, so these were constructed by Pallavs। Next है typical features of Buddhist architecture। So basically ਜਿਹੜਾ architects ਦੇ related ਜਿਹੜਾ exam ਹੋਇਆ ਸੀ ਉਹਦੇ ਵਿੱਚ question ਆਇਆ ਸੀ। So ਇਹਦੇ ਵਿੱਚ answer ਇਹਦਾ ਆਏਗਾ Buddhist architecture ਦਾ typical features ਹੁੰਦੇ ਨੇ ਵੇਦਿਕਾ, ਛਤਰੀ, ਤੋਰਾਨਾ and ਹਰਮਿਕਾ, ਠੀਕ ਹੈ। ਥੋੜਾ ਜਿਹਾ ਇਹਦੇ ਬਾਰੇ ਅਗਰ ਤੁਸੀਂ ਜਾਨਣਾ ਚਾਹੋ ਤੇ ਇਹਨੂੰ ਡਾਇਗਰਾਮ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ ਐਂਡ ਮੋਰ ਓਵਰ ਜਦੋਂ ਤੁਸੀਂ ਆਹ ਪਿਕਚਰ ਦੇਖੋਗੇ ਯੂ ਵਿਲ ਬੀ ਮੋਰ ਕਲੀਅਰ, ਠੀਕ ਹੈ। ਸੋ ਇਹ ਬੇਸਿਕਲੀ ਆ ਜਿਹੜਾ ਗੋਲ ਗੁੰਬਾਜ਼ ਹੁੰਦਾ ਨਾ ਇਹਨੂੰ ਐਗਰੀਆਂ ਅੰਡਾ ਬੋਲਦੇ ਆ ਐਂਡ ਇਹਦੇ ਉੱਪਰ ਇਹ ਪੈਰਲਲ ਲਾਈਨਸ ਦੇ ਵਿੱਚ ਜੋ ਇੱਕ ਪਲੇਸ ਬਣੀ ਹੁੰਦੀ ਹੈ ਇਹਨੂੰ ਹਰਮਿਕਾ ਬੋਲਦੇ ਆ ਐਂਡ ਟੌਪ ਆਫ ਦੈਟ देयर आर ਛਤਰਾਸ, ਠੀਕ ਹੈ। ਸੋ ਤੋਰਾਨਾਸ ਹੁੰਦੇ ਨੇ ਸਾਈਡ ਜਿਹੜੇ ਸਪੋਰਟਿੰਗ ਪਿਲਰਸ ਕਹਿ ਲਓ ਜਾਂ ਗੇਟਵੇਜ਼ ਕਹਿ ਲਓ। So the spherical dome symbolize the infinite space of the sky। The dome is known as anda। So ਇਹ ਜਿਹੜਾ ਹਿੱਸਾ ਆ। So a large hemispherical dome which is flat at the top and crowned by triple umbrella or shatra on the pedestal surrounded by a square railing or hermic। ਆ ਜਿਹੜੀ ਤੁਸੀਂ ਦੇਖ ਰਹੇ ਹੋ, ਠੀਕ ਹੈ, ਇਹ ਇਸ ਤਰ੍ਹਾਂ ਹੁੰਦੀ ਹੈ square railing and on the top of that ਕੀ ਹੁੰਦਾ ਛਤਰਾ ਹੁੰਦਾ ਆ, right। So a railing enclosed called Vedika leave an ambulatory passage or pradakshina path with gateways। The upper ambulatory passage ਜਿਹੜਾ ਹੁੰਦਾ ਨਿਕਲਣ ਵਾਲਾ ਉਹਨੂੰ ਕਹਿੰਦੇ ਮੀਡੀ। There are 4 gateways ਹੁੰਦੇ ਨੇ 4, ਠੀਕ ਹੈ, ਇੱਕ ਬੈਕ ਸਾਈਡ ਤੇ ਉਹਨਾਂ ਨੂੰ ਕਹਿੰਦੇ ਨੇ ਤੋਰਨਾਸ at the cardinal points of the campus। Tornas are built using ivory or metal works। Next है a rocket style of architecture is represented by, so it can be represented by Kailash temple at Ellora। Raj Tarangani is a dynasty chronicles of rulers of Kashmir। Kashmir the ruler की कहानी है राज तरंगनी and it was written by Kalhan, ठीक है जी। right answer is option C। next ਜਿਹੜੀ question ਆਇਆ ਹੈ assistant town planner 2023 ਦੇ ਵਿੱਚ ਆਇਆ ਹੈ which Indian city was planned during Mughal period by Vidyadhar Bhattacharya। so it was ਜੈਪੁਰ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ ਡੀ। ਹੁਣ ਜਿਹੜੇ ਲਾਸਟ ਪੇਪਰ ਹੈ ਆਪਣਾ ਨੈਬ ਤਹਿਸੀਲ ਦਾ ਰੀਸੈਂਟਲੀ ਹੋਇਆ 2023 ਦੇ ਵਿੱਚ ਜਿਹੜੇ ਏਸ਼ੀਅੰਟ ਹਿਸਟਰੀ ਦੇ ਕੁਐਸਚਨ ਆਏ ਨੇ। ਸੋ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ ਇਨ ਵਿਚ ਆਫ ਦ ਫੋਲੋਇੰਗ ਪਲੇਸ ਆਫ ਮੀਜ਼ੋਪੋਟਾਮੀਆ the textual reference for Indus trade in the form of Dilmun, Maghan and Meluha were reported। ਸੋ ਇਹ ਬੇਸਿਕਲੀ ਜਿਹੜਾ ਹੜੱਪਾ ਦੇ ਬਾਰੇ ਹੀ ਜ਼ਿਕਰ ਕੀਤਾ ਗਿਆ ਇਹਦੇ ਵਿੱਚ ਔਰ ਇਹ ਅਕਾਰਡ ਕਿਊਨੀਫਾਰਮ ਟੈਬਲੇਟਸ ਜਿਹੜੀਆਂ ਨੇ ਔਰ ਸੁਮੇਰੀਅਨ ਕਿਊਨੀਫਾਰਮ ਟੈਬਲੇਟਸ ਮਤਲਬ ਉਹਨਾਂ ਦੀ ਜਿਹੜੀ ਏਸ਼ੀਅੰਟ ਸਕ੍ਰਿਪਟ ਟਾਈਪ ਤਰ੍ਹਾਂ ਦੀ ਉਹਦੇ ਵਿੱਚ ਇਹਦੀਆਂ ਡਿਟੇਲਸ ਜਿਹੜੀਆਂ ਸਾਨੂੰ ਮਿਲ ਜਾਂਦੀਆਂ ਨੇ ਈਜ਼ੀਲੀ, ਠੀਕ ਹੈ। ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ ਡੀ। ਨੈਕਸਟ ਹੈ which of the following ruler of Kashmir constructed the channels for irrigation on Jhelum river। so ਇੱਥੇ ਕਾਫੀ ਸਟੂਡੈਂਟਸ ਜਿਹੜੇ ਸੀ ਕਨਫਿਊਜ਼ ਕਿ ਲਲਿਤ ਦਿੱਤੇ ਜਾਂ ਅਨੰਤ ਵਰਮਨ ਆਏਗਾ। so the right answer is Anant Varman because in
ਅਨੰਤ ਵਰਮਨ ਜਿਹੜਾ ਸੀ ਉਪਾਲਾ ਡਾਇਨੈਸਟੀ ਦਾ ਸੀਗਾ, ਇਹਦਾ ਇੱਕ ਬਹੁਤ ਹੀ ਏਬਲ ਕਿੰਗ ਹੋਇਆ ਆ ਸੂਆ। ਸੋ ਇਹਨੇ ਬਹੁਤ ਜ਼ਿਆਦਾ ਇਰੀਗੇਸ਼ਨ ਰਿਲੇਟਡ ਸਪੈਸ਼ਲੀ ਵਿਦ ਤਾਤਸਾ ਰਿਵਰ ਦੇ ਉੱਤੇ, ਵਿਦ ਤਾਤਸਾ ਉਸ ਟਾਈਮ ਇਹਨੂੰ ਕਹਿੰਦੇ ਸੀਗੇ ਜੇਲਮ ਨੂੰ, ਠੀਕ ਹੈ। ਸੋ ਉਹਦੇ ਕੰਟਰੋਲ ਤੇ ਕਹਿ ਲਓ ਜਾਂ ਉਹਦੇ ਪਾਣੀ ਨੂੰ ਪ੍ਰੋਪਰ ਤਰੀਕੇ ਨਾਲ ਯੂਟਿਲਾਈਜ਼ ਕਰਨ ਦਾ ਜਿਹੜਾ ਕੰਮ ਸੀਗਾ ਉਹ ਇਸ ਮਿਨਿਸਟਰ ਨੇ ਕੀਤਾ ਸੀਗਾ, ਐਂਡ ਹੀ ਵਾਸ ਏਬਲ ਮਿਨਿਸਟਰ ਅੰਡਰ ਅਨੰਤ ਵਰਮਨ ਆਫ ਉਪਾਲਾ ਡਾਇਨੈਸਟੀ। Although Lalit Aditya had done a lot in field of irrigation, ठीक है, एग्रीकल्चर ਦੀ ਫੀਲਡ ਦੇ ਵਿੱਚ, ਇਰੀਗੇਸ਼ਨ ਦੀ ਫੀਲਡ ਦੇ ਵਿੱਚ ਕਾਫੀ ਕੰਮ ਜਿਹੜਾ ਲਲਿਤ ਅਦਿੱਤਿਆ ਨੇ ਕੀਤਾ ਸੀਗਾ, ਬਟ ਜਿਹੜਾ ਮੇਨ ਕੰਮ ਸੀਗਾ ਉਹ ਅਨੰਤ ਵਰਮਨ ਦੇ ਅੰਡਰ ਸੂਆ ਨੇ ਕੀਤਾ ਸੀਗਾ, ਜਿਹੜਾ ਉਹਦਾ ਮੇਨ ਮਿਨਿਸਟਰ ਸੀਗਾ, ਠੀਕ ਹੈ। ਸੋ ਇੱਥੇ ਥੋੜਾ ਜਿਹਾ ਮੇਰੀ ਕਹਾਣੀ ਵੀ ਲਿਖੀ ਹੋਈ ਹੈ। ਦ ਕਿੰਗ ਅਨੰਤ ਵਰਮਨ ਆਫ ਉਤਪਲ ਡਾਇਨੈਸਟੀ took a progression of changes which recovered the wounds of the suffering of people in order to save the whole valley from depletion. The water of Tatsa, now Jhelum, was brought under control. This was the reason which made Ananthavarman the most lovable for masses. His rule was famous for bringing agricultural revolution to the valley. Further problems were added, मतलब काफी floods ਹੁੰਦੇ ਸੀਗੇ, and Suya, the irrigation minister of King Ananthavarman, was prominent name mentioned in the Raj Tarangani by Kalhan. So ਇਹਦੇ ਵਿੱਚ Suya ਬਾਰੇ ਕਾਫੀ ਜ਼ਿਕਰ ਹੈ। He brought several changes in irrigation. The ruler utilized the services of his able minister who had been called the Lord of Food. So ਇਹਨੇ basically ਕੀ ਕੀਤਾ ਸੀਗਾ, ਇਹਨੇ ਪਾਣੀ ਦੀ ਬੜੀ ਪ੍ਰੋਬਲਮ ਸੀ, ਸੈਨੀਟੇਸ਼ਨ ਦੀ ਬੜੀ ਪ੍ਰੋਬਲਮ ਸੀ, ਮਿੱਟੀ ਸੀ, ਫਲੱਡ ਆ ਜਾਂਦੇ ਸੀ, ਇਹਨੇ ਕੀ ਸ਼ੁਰੂ ਕੀਤਾ, ਪੈਸੇ ਸੁੱਟਣੇ ਸ਼ੁਰੂ ਕਰ ਦਿੱਤੇ ਦਰਿਆ ਦੇ ਵਿੱਚ, ਤੇ ਲੋਕਾਂ ਨੂੰ ਲੱਗਦਾ ਸੀ ਪਾਗਲ ਹੋ ਗਿਆ, ਬਟ ਲੋਕੀ ਕੀ ਸੀ, ਪੈਸੇ ਲੱਭਣ ਨੂੰ ਚੱਲ ਜਾਂਦੇ ਸੀ। ਜਦੋਂ ਲੱਭਦੇ ਸੀਗੇ ਵਿੱਚੋਂ, ਠੀਕ ਹੈ, ਸਿੱਕੇ, ਤੇ ਉਹ ਮਿੱਟੀ ਖੋਦਦੇ ਸੀ, ਖੋਦਦੇ ਗਏ ਤੇ ਉਹ ਪਾਣੀ ਦਾ ਜਿਹੜਾ ਰਸਤਾ ਸੀਗਾ ਉਹ ਸਾਫ਼ ਹੁੰਦਾ ਗਿਆ। ਸੋ ਬੇਸਿਕਲੀ ਇਹਨੇ ਇਹ ਕੰਮ ਕੀਤਾ ਸੀਗਾ, ਠੀਕ ਹੈ। ਸੋ ਇਟ ਵਾਸ ਰਿਲੇਟਡ ਟੂ ਜੇਲਮ ਰਿਵਰ। ਸੋ ਰਾਈਟ ਆਂਸਰ ਇਜ਼ ਕਿੰਗ ਅਨੰਤਵਰਮਨ। नेक्स्ट है मैच लिस्ट 1 विद लिस्ट 2 एंड सिलेक्ट द करेक्ट आंसर यूजिंग। सो ਇਹਦੇ ਵਿੱਚ ਜੈਨਸ ਨੇ ਔਰ ਉਹਨਾਂ ਦੇ ਸਿੰਬਲਸ ਜਿਹੜੇ ਆ ਉਹਨਾਂ ਦੇ ਬਾਰੇ ਪੁੱਛਿਆ ਗਿਆ। ਸੋ ਦ ਫਰਸਟ ਵਨ ਇਜ਼ ਆदिनाथ। ਸੋ ਆदिनाथ ਦਾ ਜਿਹੜਾ ਸਿੰਬਲ ਹੈ ਦੈਟ ਇਜ਼ ਬੁਲ। ਸ਼ਾਂਤੀਨਾਥ ਦਾ ਸਿੰਬਲ ਜਿਹੜਾ ਡੀਅਰ ਹੈ। ਨੇਮੀਨਾਥ ਦਾ ਕੌਂਕੋਸ਼ੈਲ ਐਂਡ ਪਸ਼ਵਨਾਥ ਦਾ ਜਿਹੜਾ ਸਨੇਕ ਹੈ। ਸੋ ਦ ਰਾਈਟ ਆਂਸਰ ਇਜ਼ 4 3 2 1। ਰਾਈਟ ਆਂਸਰ ਇਜ਼ ਆਪਸ਼ਨ ਬੀ। ਇਸ ਤੋਂ ਇਲਾਵਾ ਜਿੰਨੇ ਵੀ ਇੰਪੋਰਟੈਂਟ ਹੋਏ ਨੇ ਸਿੰਬਲਸ ਤੀਰਥੰਕਾਰਸ ਤੇ ਉਹ ਮੈਂ ਇਹਦੇ ਵਿੱਚ ਮੈਂਸ਼ਨ ਕੀਤੇ ਨੇ। ਰਿਸ਼ਭਨਾਥ ਔਰ ਆदिनाथ ਦਾ ਬੁੱਲ ਹੈ, ਠੀਕ ਹੈ। ਅਜੀਤ ਐਲੀਫੈਂਟ, ਸ਼ੰਭਵ ਹਾਰਸ, ਦੈਨ ਅਭਿਨੰਦਾ ਏਬ, ਸੁਮਤੀ ਹਿਰਨ, ਪਦਮਪ੍ਰਭਾ ਲੋਟਸ, ਦੈਨ सुपर्शव स्वस्तिक, चंद्रप्रभा मून, सुविधि और पुष्पदंता डॉल्फिन सी है या ड्रैगन, शीतल श्रीवास्ता, देन श्रमश राइनोस, देन इसके बाद वासुपूज्य बफेलो, विमल बोअर, देन अनंता हॉक। भी एक दो बारी पढ़ो फिर याद होने। धर्मा थंडरबोल्ट, शांति एंटीलोप और डियर, कुंथू गोट, आरा नंद्यव्रता और फिश, माली वाटर जग, सुव्रत टॉर्टॉइस, निमिन और निमिन ब्लू लोटस, नेमी कॉन्कशेल, ठीक है, जिहदे बारे पेपर दे विच भी आया है। पश्चिमनाथ भी आया, स्नेक, वर्धमान महावीर दा लॉइन सिंपल सी। सो ये भी इंपॉर्टेंट है। नेक्स्ट है विच ऑफ द फॉलोइंग माइनर रॉक एडिक्ट ऑफ अशोका, जिहड़ा कि न्यूमेरिकल नंबर दे विच भी है, बोथ वर्ड्स ते फिगर्स दोवां दे विच है। सो दैट इज अहरारा। राइट आंसर इज ऑप्शन सी। नेक्स्ट है अरेंज द फॉलोइंग इन क्रोनोलॉजिकल ऑर्डर एंड सिलेक्ट द करेक्ट आंसर। सो ਇਹਦੇ ਵਿੱਚ ਜਿਹੜੀਆਂ ਕੁਝ ਰਾਈਟਿੰਗਸ ਨੇ ਕਿਹਦੇ ਬਾਰੇ ਕਿਹਦੇ ਵੱਲੋਂ ਲਿਖੀਆਂ ਗਈਆਂ ਨੇ। ਸੋ ਸਭ ਤੋਂ ਪਹਿਲੀ ਜਿਹੜੀ ਲਿਖੀ ਗਈ ਸੀ ਦੈਟ ਇਜ਼ ਦਾਬਿਸਤਾਨ ਮਜ਼ਾਹਿਬ ਬਾय मोहसिन फानी, देन इबरतनामा मिर्जा बाय मोहम्मद हसीन, जंगनामा बाय काजी नूर मोहम्मद एंड तामसनामा बाय तामस खान, ठीक है। सो राइट आंसर इज ऑप्शन बी। सो ये जीआर भी लिखे होया देख सकते हो ਤੁਸੀਂ। नेक्स्ट है reconciliation of Vedant and Shaivite belief. So Vedant and Shaivite belief, the reconciliation it was developed by Apaya Dikshita. So the right answer is option A. So that was all about ancient history questions. इस तो बाद ਆਪਾਂ medieval history ਦੇ questions ਜਿਹੜੇ ਆ solve ਕਰਾਂਗੇ। Thank you.